विद्यार्थियों, डॉक्टर दलीप कौर टिवाणा दा गल्प संसार अपने सिलेबस चो नावल है। डॉक्टर दलीप कौर टिवाणा दा इहो हमारा जीवना। तो उस संबंधी जो थोनों आलोचनात्मक प्रश्न जिहड़ा वो आ सकता है, संभावित प्रश्न जिहड़ा है उसकी गल्प रचना बारे, उसकी नावल रचना बारे इस तरह का आ सकता है। तो गल्प तो की भाव है ये जरूर तुहानूं पता होना चाहिए कि गल्प असीं कहंदे किसनूं आ। गल्प के मामले दे विच एक चीज़ जिहड़ी है वो बड़ी हाँ मैं गल कर रहा सी कि गल्प के मामले दे विच एक चीज़ बड़ी क्लीयर हैगी है कि गल्प असीं कहने किहनूं आ। तुसीं देखिआ कि जदों असीं आधुनिक पंजाबी ਸਾਹਿਤ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਪੰਜਾਬੀ ਨਾਵਲ ਦੀ ਗੱਲ ਆ ਜਾਂਦੀ ਹੈ ਜਾਂ ਪੰਜਾਬੀ ਨਿੱਕੀ ਕਹਾਣੀ ਦੀ ਗੱਲ ਆ ਜਾਂਦੀ ਹੈ। ਇੱਕ ਫਰਕ ਹੋਰ ਤੁਹਾਨੂੰ ਮੈਂ ਦੱਸ ਦਿਆਂ ਕਿ ਪੰਜਾਬੀ ਨਿੱਕੀ ਕਹਾਣੀ ਤੇ ਪੰਜਾਬੀ ਮਿੰਨੀ ਕਹਾਣੀ ਦੋਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਅੰਤਰ ਹੈ। ਜਿਹੜੀ ਮਿੰਨੀ ਕਹਾਣੀ ਉਹ ਬਹੁਤ ਹੀ ਛੋਟੀ ਜੀ ਹੁੰਦੀ ਹੈ ਔਰ ਨਿੱਕੀ ਜੀ ਕਿਸੇ ਘਟਨਾ ਨੂੰ ਉਸ ਵਿੱਚ ਬਿਆਨ ਕੀਤਾ ਜਾਂਦਾ ਹੈ। ਔਰ ਨਿੱਕੀ ਕਹਾਣੀ ਦੇ ਵਿੱਚ ਜਿਹੜੀ ਹੈ ਉਹ ਹੋਰ ਢੰਗ ਨਾਲ ਘਟਨਾ ਨੂੰ ਜਿਹੜਾ ਹੈ ਉਹ ਵਿਸਥਾਰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਤਾਂ ਨਾਵਲ ਜਿਹੜਾ ਹੈ ਉਹਦੇ ਵਿੱਚ ਕਈ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਇਕੱਠੀਆਂ ਹੋ ਜਾਂਦੀਆਂ ਔਰ ਕਈ ਸਾਰੀਆਂ ਘਟਨਾਵਾਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗਿਆ ਹੁੰਦਾ ਔਰ ਸਾਰੀਆਂ ਜਿਹੜੀਆਂ ਕਹਾਣੀਆਂ ਨੇ, ਸਾਰੇ ਜਿਹੜੇ ਕਥਾਨਕ ਨੇ ਇੱਕ ਦੂਜੇ ਦੇ ਨਾਲ ਇੱਕ ਚੇਨ ਦੇ ਵਿੱਚ ਇੱਕ ਕੜੀ ਦਰ ਕੜੀ ਇੱਕ ਦੂਜੇ ਦੇ ਨਾਲ ਉਹ ਜਿਹੜੇ ਆ ਬੱਝੇ ਹੁੰਦੇ ਆ। ਤਾਂ ਆਪਾਂ ਅੱਜ ਗੱਲ ਕਰਦੇ ਹਾਂ ਕਿ ਡਾਕਟਰ ਦਲੀਪ ਕੌਰ ਟਿਵਾਣਾ ਦਾ ਗਲਪ ਸੰਸਾਰ ਕਿਸ ਤਰ੍ਹਾਂ ਦਾ ਹੈ, ਉਸ ਦੀ ਗਲਪ ਰਚਨਾ ਕਿਸ ਕਿਸਮ ਦੀ ਹੈ, ਉਹਦੇ ਬਾਰੇ ਚਰਚਾ ਜਿਹੜੀ ਆ ਆਪਾਂ ਇਸ ਲੈਕਚਰ ਦੇ ਵਿੱਚ ਕਰ ਰਹੇ ਹਾਂ। ਦਲੀਪ ਕੌਰ ਟਿਵਾਣਾ ਦਾ ਜਿਹੜਾ ਨਾਂ ਹੈ ਉਹ ਪੰਜਾਬੀ ਗਲਪ ਖੇਤਰ ਦੇ ਵਿੱਚ ਬੜਾ ਜਾਣਿਆ ਪਛਾਣਿਆ। ਉਸ ਦੀ ਇਹ ਪਛਾਣ ਨਿਸ਼ਚੇ ਹੀ ਇੱਕ ਅਜਿਹੀ ਸੁਹਿਰਦ ਲੇਖਕਾ ਵਜੋਂ ਹੈ ਜਿਸ ਨੇ ਔਰਤ ਦੀ ਪੀੜਾ ਤੇ ਉਸ ਦੀ ਤਰਾਸਦੀ ਨੂੰ ਸ਼ੁੱਧ ਸਮਾਜਿਕ ਸੰਦਰਭ ਦੇ ਵਿੱਚ ਰੱਖ ਕੇ ਚਿਤਵਿਆ ਤੇ ਚਿਤਰਿਆ। ਤਾਂ ਚਿਤਵਨ ਤੇ ਚਿਤਰਨ ਦਾ ਰਚਨਾਤਮਕ ਵਿਵੇਕ ਹੈ ਜਿਹੜਾ ਉਹ ਨਿਰਸੰਦੇਹ ਗਲਪਕਾਰਾ ਦਲੀਪ ਕੌਰ ਟਿਵਾਣਾ ਦੀ ਪਛਾਣ ਨੂੰ ਨਿਵੇਕਲਾ ਬਣਾਉਂਦਾ, ਵੱਖਰਾ ਬਣਾਉਂਦਾ ਹੈ। ਉਸ ਦੀ ਨਿਵੇਕਲੀ ਪਛਾਣ ਦੂਜਿਆਂ ਲੇਖਕਾਂ ਨਾਲੋਂ ਬੜੀ ਸਪਸ਼ਟ ਹੈ। ਉਸ ਦੀ ਇਸ ਨਿਵੇਕਲੀ ਪਛਾਣ ਨੂੰ ਨਿਸ਼ਚਿਤ ਕਰਨ ਦੇ ਵਿੱਚ ਉਸ ਦੀ ਸਾਹਿਤਕ ਸੁਹਿਰਦਤਾ ਤੇ ਸਾਹਿਤਕ ਸੂਝ ਨੇ ਬੁਨਿਆਦੀ ਭੂਮਿਕਾ ਜਿਹੜੀ ਹੈ ਉਹ ਅਦਾ ਕੀਤੀ ਹੈ। ਜਿੱਥੇ ਉਹ ਇੱਕ ਲੰਮੇ ਸਮੇਂ ਤੋਂ ਨਿਰੰਤਰ ਰਚਨਾ ਕਰ ਰਹੀ ਹੈ ਉੱਥੇ ਉਸਨੇ ਅਧਿਐਨ ਤੇ ਅਧਿਆਪਨ ਦੀ ਯਾਤਰਾ ਦਾ ਵਕਫਾ ਵੀ ਬੜੀ ਡੂੰਘੀ ਸਾਧਨਾ ਨਾਲ ਪੂਰਾ ਕੀਤਾ ਹੈ। ਸਾਹਿਤ ਅਧਿਐਨ ਤੇ ਅਧਿਆਪਨ ਦੇ ਕਾਰਜ ਵਿੱਚੋਂ ਉਸਨੂੰ ਜੋ ਅੰਤਰ ਦ੍ਰਿਸ਼ਟੀਆਂ ਪ੍ਰਾਪਤ ਹੋਈਆਂ, ਜੋ ਵਿਜ਼ਨਸ ਪ੍ਰਾਪਤ ਹੋਏ ਹੈ, ਉਸਨੇ ਉਸਦੀ ਰਚਨਾਤਮਕ ਪ੍ਰਾਪਤੀ ਨੂੰ ਇੱਕ ਪ੍ਰਮਾਣਿਕ ਬਣਾਉਣ ਦੀ ਜਿਹੜੀ ਕਹਿ ਸਕਦੇ ਹਾਂ ਕੋਸ਼ਿਸ਼ ਕੀਤੀ ਹੈ। ਦਲੀਪ ਕੌਰ ਟਿਵਾਣਾ ਇੱਕੋ ਵੇਲੇ ਇੱਕ ਰਚਨਾਕਾਰ ਵੀ ਹੈ ਤੇ ਉਹ ਨਾਲੋਂ ਨਾਲ ਰਚਨਾ ਦੀ ਸਮੀਖਿਆ ਵੀ ਕਰਦੀ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ। ਪਰ ਜੋ ਤੱਥ ਪ੍ਰਸ਼ੰਸਾਜਨਕ ਹੈ ਉਹ ਇਹ ਹੈ ਕਿ ਉਸਨੇ ਇਹਨਾਂ ਦੋਹਾਂ ਖੇਤਰਾਂ ਦੇ ਵਿਚਕਾਰ ਇੱਕ ਸੂਝ ਭਰੀ ਵਿੱਥ ਬਣਾ ਕੇ ਦਲੀਪ ਕੌਰ ਟਿਵਾਣਾ ਚੱਲਦੀ ਹੈ। ਕਿਉਂਕਿ ਦਲੀਪ ਕੌਰ ਟਿਵਾਣਾ ਇੱਕ ਅਧਿਆਪਕਾ ਸੀਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲੰਬਾ ਸਮਾਂ ਉਸਨੇ ਕੰਮ ਕੀਤਾ। ਇਸ ਕਰਕੇ ਉਹ ਜਿੱਥੇ ਪੜ੍ਹਾਉਂਦਿਆਂ ਆਲੋਚਨਾਤਮਕ ਨਜ਼ਰੀਆ ਅਖਤਿਆਰ ਕਰਦੀ ਸੀ ਸਾਹਿਤ ਬਾਰੇ, ਉੱਥੇ ਨਾਲ ਸਾਹਿਤ ਰਚਨਾ ਵੇਲੇ ਉਹ ਇੱਕ ਲੇਖਕ ਦੇ ਫਰਜ਼ ਜਿਹੜੇ ਆ ਉਹ ਅਦਾ ਕਰਦੀ ਸੀ। ਸੋ ਇਸ ਸੂਝ ਭਰੀ ਸਦਕਾ ਹੀ ਉਸ ਦੀਆਂ ਜਿਹੜੀਆਂ ਗਲਪ ਰਚਨਾਵਾਂ ਜਿਹੜੀਆਂ ਕਿਸੇ ਬੌਧਿਕ ਧੁੰਦਕਾਰ 'ਚ ਗੁੰਮ ਨਹੀਂ ਹੁੰਦੀਆਂ। ਮਤਲਬ ਬੌਧਿਕ ਧੰਦੂਕਾਰਾ ਜਿਹੜਾ ਉਹਨਾਂ ਵਿੱਚ ਨਹੀਂ ਪੇਸ਼ ਕੀਤਾ ਗਿਆ ਹੁੰਦਾ, ਬਲਕਿ ਸਾਹਿਤ ਦੀ ਸਿਧਾਂਤਕ ਦ੍ਰਿਸ਼ਟੀ ਜਿਹੜੀ ਹੈ ਉਸ ਦੀ ਰਚਨਾਤਮਕ ਸ਼ਕਤੀ ਨੂੰ ਜਿਹੜੀ ਆ ਉਹ ਗਹਿਰਾਈ ਦਿੰਦੀ ਹੈ। ਤਾਂ ਸਪਸ਼ਟ ਹੈ ਕਿ ਡਾਕਟਰ ਟਿਵਾਣਾ ਨੇ ਆਪਣੇ ਰਚਨਾਕਾਰ ਤੇ ਸਮੀਖਿਆਕ ਰੂਪ ਨੂੰ ਇੱਕ ਦੂਜੇ ਲਈ ਬੰਧਨ ਨਹੀਂ ਸਗੋਂ ਇੱਕ ਪੂਰਕ ਦੇ ਤੌਰ ਤੇ ਇਸਤੇਮਾਲ ਕੀਤਾ ਹੈ। ਉਸ ਦੀ ਜਿਸ ਵੱਖਰੀ ਪਛਾਣ ਦਾ ਜ਼ਿਕਰ ਕੀਤਾ ਜਾਂਦਾ ਉਹ ਉਸ ਦਾ ਅਸਲ ਰਹੱਸ ਹੀ ਇਸੇ ਤੱਥ ਵਿੱਚ ਹੈ। ਜਦੋਂ ਡਾਕਟਰ ਹਰਿਭਜਨ ਸਿੰਘ ਦਿੱਲੀ ਯੂਨੀਵਰਸਿਟੀ ਦਿੱਲੀ ਦਾ ਪਹਿਲਾ ਜਿਹੜਾ ਉਹ ਮੁਖੀ ਰਿਹਾ ਪੰਜਾਬੀ ਡਿਪਾਰਟਮੈਂਟ ਦਾ, ਜਦੋਂ ਉਹ ਆਪਣੀ ਲਿਖਤ ਦੇ ਵਿੱਚ ਉਹ ਇੱਕ ਲਿਖਤ ਉਸਨੇ ਲਿਖੀ ਸੀ, ਇੱਕ ਖੱਤ ਤੇਰੇ ਨਾਂ, ਦਲੀਪ ਕੌਰ ਟਿਵਾਣਾ ਨੂੰ, ਉਹਦੇ ਵਿੱਚ ਉਹ ਕਹਿੰਦਾ ਕਿ ਤੈਨੂੰ ਪੜ੍ਹਨ ਵੇਲੇ ਇੱਕ ਆਸ ਜਾਗਦੀ ਹੈ, ਤੂੰ ਦੂਜੀਆਂ ਇਸਤਰੀ ਨਾਵਲਕਾਰਾਂ ਵਾਂਗ ਨਾ ਸਤਈ ਜਾਂ ਲਿਖਦੀ ਹੈ
ਨਾ ਅਨੈਤਿਕਤਾ ਨੂੰ ਫੈਸ਼ਨੇਬਲ ਪ੍ਰਗਤੀ ਵਾਂਗ ਪੇਸ਼ ਕਰਨ ਦੇ ਵਿੱਚ ਜਿਹੜੀ ਹੈ ਉਹ ਮੋਹਰੀ ਹੈ। ਤੇਰੀ ਲਿਖਤ ਠੋਸ ਸਮਾਜਿਕਤਾ ਵੱਲ ਰੁਚਿਤ ਪ੍ਰਤੀਤ ਹੁੰਦੀ ਹੈ। ਤਾਂ ਇਸ ਟਿੱਪਣੀ ਦਾ ਜਿਹੜਾ ਹੈਗਾ ਸਪਸ਼ਟ ਭਾਵ ਇਹ ਬਣਦਾ ਕਿ ਦਲੀਪ ਕੌਰ ਟਿਵਾਣਾ ਆਪਣੀ ਗਹਿਰ ਗੰਭੀਰ ਦ੍ਰਿਸ਼ਟੀ ਕਰਕੇ ਦੂਜਿਆਂ ਨਾਲੋਂ ਸਿਰਫ ਵੱਖਰੇ ਹਸਤਾਖਰ ਵਾਲੀ ਨਹੀਂ ਬਲਕਿ ਸੰਭਾਵਨਾਵਾਂ ਭਰਪੂਰ ਲੇਖਕ ਹੈ। ਉਸ ਦੀਆਂ ਗਲਪ ਰਚਨਾਵਾਂ ਨੂੰ ਸਾਹਿਤ ਸਮੀਖਿਆ ਸੰਸਾਰ ਤੇ ਵਿਭਿੰਨ ਜਿਹੜੀਆਂ ਹੈਗੀਆਂ ਵਿਸ਼ਿਸ਼ਟ ਭਾਰਤੀ ਅਕਾਦਮੀਆਂ ਵੱਲੋਂ ਤੋਂ ਮੰਨਣਾ ਉਸ ਦੀ ਇਹਨਾਂ ਭਵਿੱਖ ਅਰਥੀ ਜਿਹੜੀਆਂ ਸੰਭਾਵਨਾਵਾਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਵੀਕਾਰ ਕਰਨਾ। ਭਾਰਤੀ ਸਾਹਿਤ ਅਕੈਡਮੀ ਵੱਲੋਂ ਉਸ ਦੀ ਰਚਨਾ ਜਿਹੜੀ ਆਪਣੇ ਸਿਲੇਬਸ ਸ਼ਾਮਲ ਹੈ ਉਹ ਹਮਾਰਾ ਜੀਵਣਾ, ਇਸ ਨੂੰ ਪੰਜਾਬੀ ਦੀ ਸ੍ਰੇਸ਼ਟ ਰਚਨਾ ਮੰਨਣਾ ਆਪਣੇ ਆਪ 'ਚ ਦਲੀਪ ਕੌਰ ਟਿਵਾਣਾ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਉਸਦੇ ਕਹਾਣੀ ਸੰਗ੍ਰਹਿ ਸਾਧਨਾ ਨੂੰ ਵੀ ਭਾਸ਼ਾ ਵਿਭਾਗ ਵੱਲੋਂ ਇਨਾਮ ਦੇ ਕੇ ਸਨਮਾਨਿਆ ਗਿਆ। ਜਦੋਂ ਮੈਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਗਲਪ ਸਾਹਿਤ ਤੋਂ ਭਾਵ ਉਸਦੇ ਨਾਵਲਾਂ ਤੇ ਉਸਦੇ ਕਹਾਣੀਆਂ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਅਸੀਂ ਦਲੀਪ ਕੌਰ ਟਿਵਾਣਾ ਦੇ ਗਲਪ ਸਾਹਿਤ ਬਾਰੇ ਹੀ ਗੱਲ ਕਰ ਰਹੇ ਹੁੰਦੇ ਹਾਂ। ਤਾਂ ਇਸ ਤਰ੍ਹਾਂ ਦਲੀਪ ਕੌਰ ਟਿਵਾਣਾ ਦੀ ਪੰਜਾਬੀ ਗਲਪ ਖੇਤਰ ਨੂੰ ਇੱਕ ਮੰਨਣਯੋਗ ਪ੍ਰਾਪਤੀ ਹੈ। ਇਹ ਪ੍ਰਾਪਤੀ ਜਿਹੜੀ ਹੈ ਵਿਸ਼ੇਸ਼ ਤੌਰ ਤੇ ਨਾਵਲ ਦੇ ਸੰਦਰਭ ਦੇ ਵਿੱਚ ਹੈ। ਯਾਨੀ ਬਤੌਰ ਨਾਵਲਕਾਰਾ ਉਸ ਨੂੰ ਜੋ ਮਾਣ ਸਨਮਾਨ ਮਿਲਿਆ ਉਹ ਆਪਣੇ ਆਪ ਦੇ ਵਿੱਚ ਲਾਮਿਸਾਲ ਹੈ। 1967-68 ਦੇ ਵਿੱਚ ਅਗਨੀ ਪ੍ਰੀਖਿਆ ਉਸ ਦਾ ਨਾਵਲ ਛਪਦਾ ਹੈ। ਉਸ ਨਾਵਲ ਤੋਂ ਬਾਅਦ ਨਾਵਲ ਜਿਵੇਂ ਪੁੱਛੇ ਅਸਮਾਨ ਤੱਕ ਦਾ ਇੱਕ ਲੰਮਾ ਰਚਨਾਤਮਕ ਕਾਲ ਜਿਹੜਾ ਹੈ ਉਹ ਫੈਲਿਆ ਹੋਇਆ। ਉਸ ਦੀ ਜਿਹੜੀ ਹੈ ਇਸ ਸਾਧਨਾ ਦਾ ਬਦਲ ਪੰਜਾਬੀ ਗਲਪਕਾਰੀ ਵਿੱਚ ਹੋਰ ਕਿਧਰੇ ਜਿਹੜਾ ਹੈ ਉਹ ਨਜ਼ਰ ਨਹੀਂ ਆਉਂਦਾ। ਤਾਂ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਤੇ ਕਹਾਣੀ ਸੰਗ੍ਰਹਿਾਂ ਦੀ ਸੂਚੀ ਇਸ ਗੱਲ ਦਾ ਸੰਕੇਤ ਹੈ ਕਿ ਉਹ ਲੰਮੇ ਅਰਸੇ ਤੋਂ ਨਿਰੰਤਰ ਸਾਹਿਤ ਸਿਰਜਣਾ ਨਾਲ ਜੁੜੀ ਹੋਈ ਹੈ। ਉਸ ਦੇ ਪਹਿਲੇ ਨਾਵਲ ਅਗਨੀ ਪ੍ਰੀਖਿਆ ਨੇ ਉਸ ਦੀ ਬਤੌਰ ਗਲਪਕਾਰ ਪਛਾਣ ਜਿਹੜੀ ਹੈ ਉਹ ਸਥਾਪਿਤ ਕਰ ਦਿੱਤੀ ਸੀ। ਉਸ ਤੋਂ ਬਾਅਦ ਟਿਵਾਣਾ ਨੇ ਇਹੋ ਹਮਾਰਾ ਜੀਵਣਾ, ਵਾਟ ਹਮਾਰੀ, ਤਿੱਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਲੰਮੀ ਉਡਾਰੀ, ਸਰਕੰਡਿਆਂ ਦੇ ਦੇਸ਼, ਧੁੱਪ ਛਾਂ ਤੇ ਰੁੱਖ, ਦੂਸਰੀ ਸੀਤਾ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜ ਚਾਲ, ਜਿਵੇਂ ਪੁੱਛੇ ਅਸਮਾਨ ਜਿਹੜੇ ਹੈ ਇਸ ਤਰ੍ਹਾਂ ਦੇ ਨਾਵਲ ਜਿਹੜੇ ਆ ਉਹ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾਏ। ਨਾਵਲਾਂ ਤੋਂ ਇਲਾਵਾ ਉਹਦੇ ਜਿਹੜੇ ਕਹਾਣੀ ਸੰਗ੍ਰਹਿ ਹੈਗੇ ਉਹਨਾਂ ਦੇ ਵਿੱਚ ਸਾਧਨਾ, ਕਿਸੇ ਦੀ ਧੀ, ਤੇਰਾ ਕਮਰਾ ਮੇਰਾ ਕਮਰਾ, ਇੱਕ ਕੁੜੀ, ਯਾਤਰਾ, ਇਸ ਤਰ੍ਹਾਂ ਦੇ ਕਹਾਣੀ ਸੰਗ੍ਰਹਿ ਜਿਹੜੇ ਆ ਉਹ ਮੰਨ ਸਕਦੇ ਕਿ ਦਲੀਪ ਕੌਰ ਟਿਵਾਣਾ ਦੀ ਕਹਾਣੀ ਕਲਾ ਦਾ ਵੀ ਜਿਹੜਾ ਉਹ ਅੱਛਾ ਜ਼ਿਕਰ ਪੇਸ਼ ਕਰਦੇ ਆ। ਤੇ ਗਲਪ ਰਚਨਾ ਤੋਂ ਇਲਾਵਾ ਉਸਦੀ ਇੱਕ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਵੀ ਬੜੀ ਪ੍ਰਸਿੱਧ ਰਹੀ ਹੈ, ਜਿਸ ਨੇ ਦਲੀਪ ਕੌਰ ਟਿਵਾਣਾ ਦੀ ਰਚਨਾਤਮਕ ਪ੍ਰਾਪਤੀ ਨੂੰ ਅਸਲੋਂ ਨਵਾਂ ਜਿਹੜਾ ਹੈ ਉਹ ਵਿਸਥਾਰ ਦਿੱਤਾ ਹੈ। ਨੰਗੇ ਪੈਰਾਂ ਦਾ ਸਫ਼ਰ ਪੰਜਾਬੀ ਦੇ ਸਵੈ ਜੀਵਨੀ ਸਾਹਿਤ 'ਚ ਇੱਕ ਅਜਿਹੀ ਪ੍ਰਮਾਣਿਕ ਰਚਨਾ ਹੈ ਜਿਸ ਵਿੱਚ ਗੱਲ ਨਿੱਜ ਤੋਂ ਸ਼ੁਰੂ ਕੀਤੀ ਜਾਂਦੀ ਹੈ ਤੇ ਇੱਕ ਵਿਆਪਕ ਸਿਸਟਮ ਦੇ ਵਿੱਚ ਫੈਲਦੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਇਹ ਕਾਰਨ ਹੈ ਕਿ ਇਸ ਰਚਨਾ ਦੀ ਨਿੱਜ ਜਿਹੜੀ ਹੈ ਉਹ ਇੱਕ ਵੱਖਰੀ ਤਰ੍ਹਾਂ ਦੀ ਸਿਰਜਣਾ ਪੇਸ਼ ਕਰਦੀ ਹੈ ਤੇ ਉਹ ਆਪਣੀ ਜ਼ਿੰਦਗੀ 'ਚ ਵਾਪਰੀਆਂ ਘਟਨਾਵਾਂ ਨੂੰ ਸਨਸਨੀਖੇਜ਼ ਬਣਾ ਕੇ ਪੇਸ਼ ਕਰਨ ਦੀ ਬਜਾਏ ਬਲਕਿ ਇੱਕ ਨੰਗੇ ਪੈਰਾਂ ਦਾ ਸਫ਼ਰ ਇੱਕ ਦਸਤਾਵੇਜ਼ ਵਾਂਗ ਉਹਦੀ ਜਿਹੜੀ ਕਿਤਾਬ ਹੈ ਉਹ ਦੇਖੀ ਜਾ ਸਕਦੀ ਹੈ। ਉਹਦੀ ਹਰ ਘਟਨਾ ਜਿਹੜੀ ਹੈ ਕਿਤਾਬ ਦੀ ਹਰ ਸਥਿਤੀ ਪੂਰੇ ਸਿਸਟਮ ਦਾ ਇੱਕ ਵਿਸ਼ਲੇਸ਼ਣ ਕਰਦੀ ਹੈ ਕਿ ਉਸ ਸਮੇਂ ਦੌਰਾਨ ਜਿਸ ਸਮੇਂ ਉਸ ਦੀ ਜ਼ਿੰਦਗੀ 'ਚ ਘਟਨਾਵਾਂ ਵਾਪਰੀਆਂ ਉਹਨਾਂ ਘਟਨਾਵਾਂ ਦੇ ਵਾਪਰਨ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ, ਕਿਸ ਤਰ੍ਹਾਂ ਦਾ ਸਿਸਟਮ ਸੀਗਾ, ਉਸ ਨੂੰ ਉਹਦੀ ਸਵੈ ਜੀਵਨੀ ਜਿਹੜੀ ਹੈ ਪੇਸ਼ ਕਰਦੀ ਹੈ। ਇਸ ਸਵੈ ਜੀਵਨੀ ਨੂੰ ਪੜ੍ਹਦਿਆਂ ਮੈਨੂੰ ਜਿਹੜਾ ਹੈਗਾ ਪਹਿਲਾ ਅਹਿਸਾਸ ਇਹ ਹੁੰਦਾ ਹੈ ਕਿ ਨੰਗੇ ਪੈਰਾਂ ਦਾ ਸਫ਼ਰ ਵਿਚਲੀ ਔਰਤ ਦੀ ਕਹਾਣੀ ਕੇਵਲ ਟਿਵਾਣਾ ਦੀ ਨਹੀਂ ਹੈ, ਸਗੋਂ ਇਹ ਤਾਂ ਹਰ ਉਸ ਔਰਤ ਦੀ ਕਹਾਣੀ ਹੈ ਜੋ ਪੂਰੇ ਸਿਸਟਮ ਵਿੱਚ ਆਪਣੇ ਆਤਮ ਦੀ ਤਲਾਸ਼ ਕਰਦੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ, ਆਪਣੇ ਆਤਮ ਨੂੰ ਹਾਸਲ ਕਰਨ ਲਈ ਟੁੱਟਦੀ ਵੀ ਹੈ ਤੇ ਜੁੜਦੀ ਵੀ ਹੈ। ਤਾਂ ਕਿਸੇ ਨਾ ਕਿਸੇ ਤਰ੍ਹਾਂ ਡਾਕਟਰ ਦਲੀਪ ਕੌਰ ਟਿਵਾਣਾ ਦੀ ਜ਼ਿੰਦਗੀ ਦਾ ਹਿੱਸਾ ਵੀ ਇਸ ਨਾਵਲ ਦੇ ਵਿੱਚ ਪੇਸ਼ ਹੈ, ਜਿਹੜਾ ਨਾਵਲ ਸਾਡੀ ਸਿਲੇਬਸ ਦਾ ਹਿੱਸਾ ਹੈ। ਅੱਛਾ, ਜਿਹੜੀ ਉਹਦੀ ਸਵੈ ਜੀਵਨੀ ਹੈ ਉਹ ਉਸ ਤੋਂ ਉਸ ਦੀ ਸ਼ਖਸੀਅਤ ਤੋਂ ਵੀ ਵੱਡੀ ਜਿਹੜੀ ਰਚਨਾ ਬਣ ਗਈ ਦੇਖੀ ਜਾ ਸਕਦੀ ਹੈ, ਕਿਉਂਕਿ ਇਹ 'ਚ ਨਿੱਜ ਦਾ ਪਸਾਰਾ ਦੂਜੀ ਪਰਤ ਉੱਪਰ ਹੈ ਤੇ ਪਹਿਲੀ ਪਰਤ ਉੱਪਰ ਉਹਨੇ ਸਾਰੇ ਸਿਸਟਮ ਦਾ ਵਿਸ਼ਲੇਸ਼ਣ ਕੀਤਾ ਹੈ ਜਿਸ 'ਚ ਤਰਾਸਦੀ ਦੇ ਬੀਜ ਟਿਕੇ ਹੋਏ ਹੈ। ਮਤਲਬ ਕੀ ਹੈ ਕਿ ਦਲੀਪ ਕੌਰ ਟਿਵਾਣਾ ਦੀ ਜਿਹੜੀ
ਸਵੈ ਜੀਵਨੀ ਹੈ, ਉਹਦੇ 'ਚ ਉਹਨੇ ਆਪਣੇ ਬਾਰੇ ਗੱਲ ਜ਼ਿਆਦਾ ਕਹਿਣ ਦੀ ਬਜਾਏ ਉਸਨੇ ਉਸ ਸਮੇਂ ਦਾ ਜੋ ਸਿਸਟਮ ਸੀਗਾ, ਉਸ ਸਮੇਂ ਦੇ ਜੋ ਹਾਲਾਤ ਸੀਗੇ, ਉਹਨਾਂ ਨੂੰ ਪੇਸ਼ ਕਰਨ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਪੇਸ਼ ਕਰਨ ਦੀ ਪ੍ਰਾਥਮਿਕਤਾ ਜਿਹੜੀ ਹੈ ਉਹ ਕੀਤੀ ਹੈ। ਅਤੇ ਗਲਪਕਾਰ ਦਲੀਪ ਟਿਵਾਣਾ ਦੀ ਇਹ ਰਚਨਾ ਇਸ ਪੱਖੋਂ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਦੀ ਗਲਪ ਰਚਨਾ ਅੰਦਰਲੇ ਕਾਰਜਸ਼ੀਲ ਮੂਲ ਸੰਸਕਾਰਾਂ ਦੀ ਸੋਝੀ ਇਸੇ ਵਿੱਚੋਂ ਹੀ ਹੁੰਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਨੰਗੇ ਪੈਰਾਂ ਦਾ ਸਫ਼ਰ ਦਲੀਪ ਕੌਰ ਟਿਵਾਣਾ ਦੀ ਕੇਵਲ ਆਤਮ ਕਹਾਣੀ ਨਹੀਂ, ਆਤਮ ਕਥਾ ਹੀ ਨਹੀਂ, ਆਟੋਬਾਇਓਗ੍ਰਾਫੀ ਹੀ ਨਹੀਂ, ਸਗੋਂ ਇਸ ਰਚਨਾ ਦਾ ਚਰਿੱਤਰ ਜਿਹੜਾ ਹੈ ਉਹ ਬਹੁਤ ਵੱਡਾ ਹੈ ਤੇ ਇਸ ਬਹੁਤ ਵੱਡਾ ਤੇ ਇੱਕ ਪਾਰਗਾਮੀ ਚਰਿੱਤਰ ਹੈ। ਇਸੇ ਪਾਰਗਾਮੀ ਚਰਿੱਤਰ ਕਰਕੇ ਹੀ ਜਿਹੜਾ ਹੈ ਨੰਗੇ ਪੈਰਾਂ ਦਾ ਸਫ਼ਰ ਟਿਵਾਣਾ ਦੀ ਸਾਰੀ ਗਲਪ ਰਚਨਾ ਦੇ ਅਰਥ ਵਿਸਥਾਰ ਨੂੰ ਵਧੇਰੇ ਸਪਸ਼ਟ ਕਰਨ ਦੇ ਜਿਹੜਾ ਕਹਿ ਸਕਦੇ ਹਾਂ ਕਿ ਸਮਰੱਥ ਹੈ। ਇਹ ਰਚਨਾ ਜਿਹੜੀ ਹੈ ਉਹ ਦਲੀਪ ਕੌਰ ਟਿਵਾਣਾ ਦੇ ਨਾਵਲਾਂ 'ਚ ਔਰਤ ਦੀ ਸਥਿਤੀ ਨੂੰ ਸਹੀ ਪ੍ਰਪੇਖ 'ਚ ਚਿਤਰ ਸਕਣ ਦੀ ਸੂਝ ਹੈ ਜਿਹੜੀ ਉਸ ਦਾ ਇੱਕ ਪ੍ਰਮਾਣ ਹੈ, ਜਿੱਥੋਂ ਅਸੀਂ ਕਹਿ ਸਕਦੇ ਹਾਂ ਕਿ ਉਹ ਔਰਤ ਬਾਰੇ ਬਹੁਤ ਸੋਚਦੀ ਹੈ, ਔਰਤ ਬਾਰੇ ਬਹੁਤ ਕੁਝ ਕਹਿਣਾ ਚਾਹੁੰਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਦਲੀਪ ਕੌਰ ਟਿਵਾਣਾ ਗਲਪ ਬਿੰਬ ਰਾਹੀਂ, ਆਪਣੀਆਂ ਗਲਪ ਰਚਨਾਵਾਂ ਰਾਹੀਂ ਔਰਤ ਦੇ ਸੰਤਾਪ, ਉਸ ਦੀ ਹੋਣੀ ਦੇ ਵਿਭਿੰਨ ਰੂਪ ਜਿਹੜੇ ਹੈ ਉਹਨਾਂ ਨੂੰ ਪੇਸ਼ ਕਰਦੀ ਹੈ। ਉਹਦਾ ਜਿਹੜਾ ਪਹਿਲਾ ਨਾਵਲ ਹੈ ਅਗਨੀ ਪ੍ਰੀਖਿਆ, ਉਹਦੀ ਉਦਾਹਰਨ ਆਪਾਂ ਲੈਂਦੇ ਹਾਂ ਕਿ ਇਸ ਨਾਵਲ ਦੇ ਵਿੱਚ ਜਿਹੜੀ ਮੁੱਖ ਪਾਤਰ ਹੈਗੀ ਹੈ ਮਨਦੀਪ ਜਿਨ੍ਹਾਂ ਤਰਾਸ ਸਥਿਤੀਆਂ ਵਿੱਚੋਂ ਗੁਜ਼ਰਦੀ ਹੈ, ਤਿੜਕਦੀ ਧਰਤੀ ਨਾਲ ਟੁੱਟਾ ਰਿਸ਼ਤਾ ਮੁੜ ਗੰਢਦੀ ਹੈ, ਉਹਨਾਂ ਸਾਰੀਆਂ ਤਰਾਸਦੀਆਂ ਦਾ ਵਰਣਨ ਜਿਹੜਾ ਹੈ ਉਹ ਨੰਗੇ ਪੈਰਿਆਂ ਦੇ ਸਫ਼ਰ ਦੇ ਵਿੱਚ ਮਿਲਦਾ ਹੈ। ਯਾਨੀ ਜਿਹੜਾ ਅਗਨੀ ਪ੍ਰੀਖਿਆ ਨਾਵਲ ਹੈ ਉਸ ਦਾ ਉਹਦੇ ਜਿਹੜਾ ਨੰਗੇ ਪੈਰਾਂ ਦਾ ਸਫ਼ਰ, ਉਹਦੀ ਸਵੈ ਜੀਵਨੀ ਹੈ, ਉਹਦੇ ਨਾਲ ਬਹੁਤ ਮਿਲਦਾ ਜੁਲਦਾ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਉਹਦੇ ਨਾਲ ਮਿਲਦੀਆਂ ਜੁਲਦੀਆਂ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਗਨੀ ਪ੍ਰੀਖਿਆ ਨਾਵਲ ਟਿਵਾਣਾ ਦੀ ਸਵੈ ਜੀਵਨੀ ਦਾ ਗਲਪ ਚਿੱਤਰ ਪੇਸ਼ ਕਰਦਾ, ਯਾਨੀ ਉਹਦੀ ਜਿਹੜੀ ਸਵੈ ਜੀਵਨੀ ਹੈ ਉਹਨੂੰ ਇੱਕ ਉਹਨੇ ਨਾਵਲ ਦਾ ਰੂਪ ਦੇ ਕੇ ਪੇਸ਼ ਕੀਤਾ। ਆਪਣੀ ਸਵੈ ਜੀਵਨੀ ਦੇ ਅੰਤ ਵਿੱਚ ਉਸਨੇ ਆਪਣੇ ਪਹਿਲੇ ਨਾਵਲ ਬਾਰੇ ਲਿਖਿਆ ਹੈ ਕਿ ਇਹ ਨਾਵਲ ਉਹਨਾਂ ਪਲਾਂ ਦਾ ਜ਼ਿਕਰ ਹੈ ਜਦੋਂ ਜ਼ਿੰਦਗੀ ਦੇਣ ਤੇ ਜ਼ਿੰਦਗੀ ਲੈਣ ਲਈ ਅਗਨੀ ਕਿਸੇ ਨੂੰ ਆਪਣੀ ਲਪੇਟ ਵਿੱਚ ਲੈਂਦੀ ਹੈ। ਜਿਹੜੀ ਸੀਤਾ ਅਗਨੀ ਪ੍ਰੀਖਿਆ 'ਚੋਂ ਸਾਬਤ ਸਬੂਤ ਲੰਘ ਆਈ ਸੀ, ਭਾਵ ਅਗਨੀ ਪ੍ਰੀਖਿਆ ਨੇ ਜਿਸ ਸੀਤਾ ਨੂੰ ਸਿਰਜਿਆ ਸੀ, ਦੁਨੀਆ ਫਿਰ ਉਸਨੂੰ ਆਪਣੇ ਮੇਚ ਦੀ ਨਾ ਲੱਗੀ, ਨਹੀਂ ਤਾਂ ਉਸਨੂੰ ਧਰਤੀ ਵਿੱਚ ਸਮਾ ਜਾਣ ਦੀ ਕੀ ਲੋੜ ਸੀ। ਇਹ ਤਸ਼ਬੀਹ ਜਿਹੜੀ ਹੈ ਉਹ ਕਿਹਦੇ ਨਾਲ ਦੇ ਰਹੀ ਹੈ? ਇਹ ਤਸ਼ਬੀਹ ਦੇ ਰਹੀ ਹੈ ਹਿੰਦੂ ਮਿਥਿਹਾਸ ਦੇ ਵਿੱਚ ਜੋ ਸੀਤਾ ਕਰੈਕਟਰ ਹੈ ਉਸ ਦੀ। ਸੀਤਾ, ਤੁਸੀਂ ਸਾਰਿਆਂ ਨੇ ਰਾਮਾਇਣ ਨੂੰ ਸੁਣਿਆ, ਮਾਣਿਆ, ਰਾਮਲੀਲਾ ਦੇਖੀ ਹੈ। ਤਾਂ ਜਦੋਂ ਸੀਤਾ ਮਾਤਾ ਰਾਵਣ ਦੇ ਕਕਸ਼ ਦੇ ਵਿੱਚ ਰਹਿ ਕੇ ਆਉਂਦੀ ਹੈ, ਰਾਵਣ ਦੇ ਰਾਜ ਦੇ ਵਿੱਚ ਰਹਿ ਕੇ ਆਉਂਦੀ ਹੈ, ਤਾਂ ਉਹਨੂੰ ਜਦੋਂ ਵਾਪਸ ਆਉਂਦੀ ਹੈ ਤਾਂ ਉਹ ਤੋਂ ਅਗਨ ਪ੍ਰੀਖਿਆ ਜਿਹੜੀ ਹੈ ਮੰਗੀ ਜਾਂਦੀ ਹੈ। ਤਾਂ ਉਹਨੂੰ ਬੜਾ ਮਹਿਸੂਸ ਹੁੰਦਾ ਹੈ ਕਿ ਰਾਵਣ ਜਿਹੜਾ ਕਿ ਇੱਕ ਕਰੈਕਟਰ ਵਾਲਾ ਬੰਦਾ ਸੀ, ਜਿਸ ਨੇ ਜਿਹੋ ਜਿਹੀ ਕੁਟੀਆ ਮੇਰੀ ਜੰਗਲ ਦੇ ਵਿੱਚ ਬਣੀ ਸੀ ਉਸ ਤਰ੍ਹਾਂ ਦੀ ਕੁਟੀਆ ਉੱਥੇ ਬਣਵਾ ਕੇ ਦਿੱਤੀ, ਉੱਥੇ ਰਿਹਾ, ਉਹਨੇ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ, ਲੇਕਿਨ ਮੇਰੇ ਜਿਹੜੇ ਆਪਣੇ ਹੈਗੇ ਆ ਉਹ ਮੈਥੋਂ ਅਗਨ ਪ੍ਰੀਖਿਆ ਦੀ ਮੰਗ ਕਰਦੇ ਆ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਆ ਉਹ ਬੜੇ ਸੋਹਣੇ ਢੰਗ ਨਾਲ ਉਸਨੇ ਪੇਸ਼ ਕੀਤੀ ਹੈ ਕਿ ਧਰਤੀ ਮਾਤਾ ਦੇ ਵਿੱਚ ਸਮਾ ਜਾਣ ਦੀ ਲੋੜ ਸੀਤਾ ਮਾਤਾ ਨੂੰ ਕਿਉਂ ਪਈ। ਕਹਿੰਦੇ ਆ ਨਾ, ਜਦੋਂ ਅਗਨ ਪ੍ਰੀਖਿਆ ਮੰਗੀ ਗਈ ਤੇ ਧਰਤੀ ਮਾਤਾ ਜਿਹੜੀ ਹੈ ਉਹ ਧਰਤੀ ਦੇ ਵਿੱਚ ਸਮਾ ਗਈ ਸੀ। ਇਸ ਕਰਕੇ ਜਿਹੜੀ ਹਰ ਪ੍ਰੀਖਿਆ ਜਿਹੜੀ ਤੁਹਾਨੂੰ ਸਿਰਜਦੀ ਹੈ ਨਾਲ ਦੀ ਨਾਲ ਫਨਾਹ ਵੀ ਕਰਦੀ ਹੈ। ਇਹ ਨਾਵਲ 'ਚ ਸਿਰਜੇ ਜਾਣ ਤੇ ਫਨਾਹ ਹੋਣ ਦੇ ਕਰਮ ਨੂੰ ਉਲਟਾ ਕੇ ਦੇਖਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ ਹੈ। ਦਲੀਪ ਕੌਰ ਟਿਵਾਣਾ ਦਾ ਜਿਹੜਾ ਇਹ ਇੱਕ ਕਥਨ ਹੈ, ਜਿਹੜਾ ਅਗਨੀ ਪ੍ਰੀਖਿਆ ਦੇ ਨਾਵਲ ਦੀ ਨਾਇਕਾ ਦੇ ਪ੍ਰਸ਼ਨਾਂ ਦੀ ਸੂਚੀ ਜਾਂ ਉਸਦੀ ਤਰਾਸਦੀ ਹੋਣੀ ਵੱਲ ਹੀ ਸੰਕੇਤ ਨਹੀਂ, ਬਲਕਿ ਇਹ ਪ੍ਰਸ਼ਨ ਹਰ ਔਰਤ ਦਾ ਹੈ ਜੋ ਜਿਉਣ ਥੀਣ ਦੀ ਇੱਛਾ ਨਾਲ ਜੁੜਦੀ ਹੈ, ਪਰ ਸਥਿਤੀਆਂ ਦੀ ਕਠੋਰਤਾ ਤੇ ਉਹਦੀ ਜਿਹੜੀ ਬੇਵਸੀ ਹੈ ਉਸ ਦੀ ਇੱਛਾ ਨੂੰ ਪੂਰਤੀ ਵਿੱਚ ਨਹੀਂ ਬਦਲਣ ਦਿੰਦੀ। ਤਾਂ ਅਗਨੀ ਪ੍ਰੀਖਿਆ ਨਾਵਲ ਦੀ ਮਨਦੀਪ, ਦੂਸਰੀ ਸੀਤਾ ਦੀ ਨਾਇਕਾ ਸੀਤਾ, ਇਹੋ ਹਮਾਰਾ ਜੀਵਣਾ ਦੀ ਭਾਨੋ, ਪੀਲੇ ਪੱਤਿਆਂ ਦੀ ਦਾਸਤਾਨ ਨਾਵਲ ਦੀ ਨਾਇਕਾ ਊਸ਼ਾ ਤੇ ਹਸਤਾਖਰ ਨਾਵਲ ਦੀ ਸੀਮਾ, ਸਾਰੀਆਂ ਹੀ ਜ਼ਿੰਦਗੀ ਨੂੰ ਪੂਰੀ ਭਰਪੂਰਤਾ ਨਾਲ ਜਿਉਣਾ ਤਾਂ ਚਾਹੁੰਦੀਆਂ, ਪਰ ਜੋ ਸਥਿਤੀਆਂ ਉਹਨਾਂ ਦੇ ਦਰਪੇਸ਼ ਹੁੰਦੀਆਂ
ਉਹਨਾਂ ਦੇ ਅੰਤਰਗਤ ਜਾਂ ਤਾਂ ਉਹਨਾਂ ਨੂੰ ਮਰਨਾ ਪੈਂਦਾ ਹੈ ਤੇ ਜਾਂ ਉਹ ਕਿਸੇ ਅਜਿਹੇ ਘੋਰ ਵਿਸ਼ਾਦ ਦੇ ਵਿੱਚ ਗ੍ਰਸਤ ਹੋ ਜਾਂਦੀਆਂ ਜਿੱਥੋਂ ਅੱਗੇ ਉਹ ਬੇਵਸ ਹੋ ਕੇ ਉਹ ਅਕਸਰ ਟੁੱਟ ਹੀ ਜਾਂਦੀਆਂ, ਜਿਵੇਂ ਭਾਨੋ ਅਖੀਰ 'ਚ ਜਾ ਕੇ ਟੁੱਟ ਜਾਂਦੀ। ਅਸਲ 'ਚ ਟਿਵਾਣਾ ਦੇ ਇਸਤਰੀ ਪਾਤਰ ਸਿਰਫ ਜਿਉਣ ਲਈ ਨਹੀਂ ਜਿਉਂਦੇ ਬਲਕਿ ਜਿਉਣ ਦੇ ਅਰਥ ਤਲਾਸ਼ ਕਰਦੇ ਦੇਖੇ ਜਾ ਸਕਦੇ ਆ। ਇਹ ਅਰਥ ਤਲਾਸ਼ ਕਰਨੇ ਸਹਿਜ ਨਹੀਂ, ਤਾਈਓ ਜਿਹੜੀ ਸੀਮਾ ਵਰਗੀ ਇਸਤਰੀ ਹੈ ਉਹ ਇਸ ਤਲਾਸ਼ ਵਿੱਚ ਬ੍ਰੇਨ ਹੈਮਰੇਜ ਨਾਲ ਮਰ ਜਾਂਦੀ ਹੈ। ਸੀਮਾ ਦੀ ਤਲਾਸ਼ ਦਾ ਸਿਰਾ ਸਿਮਰਨ ਨੇ ਪਕੜਿਆ, ਜੋ ਬੜੀ ਠਹਿਰੀ ਤੇ ਅਤੀਤ ਦੇ ਝਰੋਖੇ ਵਿੱਚੋਂ ਵਰਤਮਾਨ ਤੇ ਭਵਿੱਖ ਦਾ ਜਿਹੜਾ ਹੈ ਉਹ ਵਿਵੇਕ ਲੱਭਦੀ। ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਡਾਕਟਰ ਦਲੀਪ ਕੌਰ ਟਿਵਾਣਾ ਦੇ ਨਾਵਲ ਇਹੋ ਹਮਾਰਾ ਜੀਵਣਾ ਦੀ, ਤਾਂ ਇਹੋ ਹਮਾਰਾ ਜੀਵਣਾ ਇੱਕ ਅਜਿਹੀ ਔਰਤ ਦੀ ਜਿਹੜੀ ਤਰਾਸਦੀ ਹੈ ਜੋ ਜ਼ਗੀਰਦਾਰੀ ਸਿਸਟਮ ਦੇ ਉਹਨਾਂ ਮੁੱਲਾਂ ਦਾ ਸ਼ਿਕਾਰ ਹੈ ਜਿਸ ਦੇ ਅੰਤਰਗਤ ਉਹ ਜਿਉਣ ਦੀ ਭਰਪੂਰ ਇੱਛਾ ਦੇ ਬਾਵਜੂਦ ਤਰਾਸਦੀ ਜਿਹੜੀ ਹੈ ਉਹ ਭੁਗਤਦੀ ਹੈ। ਭਾਨੋ ਜਿਨ੍ਹਾਂ ਸਥਿਤੀਆਂ ਕਾਰਨ ਤਰਾਸਦੀ ਭੁਗਤਦੀ ਹੈ ਉਹ ਸਥਿਤੀਆਂ ਨਾ ਤਾਂ ਸਰਲ ਹੈ ਤੇ ਨਾ ਹੀ ਸਿਸਟਮ ਤੋਂ ਬਾਹਰੀ ਹੈ, ਸਗੋਂ ਹਰ ਸਥਿਤੀ ਜਿਹੜੀ ਹੈ ਉਹ ਬਹੁਤ ਕਰੂਰ ਸਥਿਤੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਪੀਲੇ ਪੱਤਿਆਂ ਦੀ ਦਾਸਤਾਨ ਦੀ ਨਾਇਕਾ ਊਸ਼ਾ ਜਿਹੜੀ ਹੈ ਉਹ ਵਿਸ਼ਾਦ ਦਾ ਸ਼ਿਕਾਰ ਹੋਈ ਹੈ, ਤੇ ਇਸ ਵਿਸ਼ਾਦ ਦਾ ਕਾਰਨ ਉਸ ਦੀ ਖੁਸ਼ੀ ਜਾਂ ਉਸ ਦਾ ਆਪਣਾ ਚਿੱਤਰ ਨਹੀਂ ਬਲਕਿ ਉਸ ਦੇ ਵਿਸ਼ਾਦ ਨੂੰ ਪੈਦਾ ਕਰਨ ਵਾਲੀ ਉਹ ਪਹਿਲੀ ਸਥਿਤੀ ਹੈ ਜਿਹੜੀ ਅੱਗੋਂ ਹਰ ਸਥਿਤੀ ਨੂੰ ਹੋਰ ਵਧੇਰੇ ਅਮਾਨਵੀ ਬਣਾ ਦਿੰਦੀ ਹੈ। ਤਾਂ ਇਸ ਤਰ੍ਹਾਂ ਨਾਵਲਕਾਰਾ ਜਿਹੜੀ ਹੈ ਉਹ ਜਿਵੇਂ ਜ਼ਿਕਰ ਕਰਦੀ ਹੈ ਕਿ ਹਰਦੁਆਰ ਮਰਨ ਆਈ ਭਾਨੋ ਨੂੰ, ਜਿਹੜਾ ਨਾਵਲ ਇਹੋ ਹਮਾਰਾ ਜੀਵਨ ਆਪਾਂ ਪੜ੍ਹਿਆ, ਹਰਦੁਆਰ ਮਰਨ ਆਈ ਭਾਨੋ ਨੂੰ ਜਿਹੜਾ ਅਮਲੀ ਨਰੈਣੇ ਦੇ ਮਿੱਠੇ ਬੋਲ ਮੁੜ ਜ਼ਿੰਦਗੀ ਨਾਲ ਜੋੜ ਦਿੰਦੇ ਆ। ਇਹਨਾਂ ਸਾਰੇ ਪ੍ਰਸੰਗਾਂ ਰਾਹੀਂ ਇਹ ਸਪਸ਼ਟ ਹੁੰਦਾ ਕਿ ਦਲੀਪ ਕੌਰ ਟਿਵਾਣਾ ਦੇ ਗਲਪ ਸੰਸਾਰ 'ਚ ਔਰਤ ਪਾਤਰ ਹੈ ਜਿਹੜਾ ਜਿਸ ਸ਼ਿੱਦਤ ਨਾਲ ਜਿਉਣ ਦੀ ਇੱਛਾ ਨਾਲ ਜੁੜੇ ਹੋਇਆ, ਉਹ ਇਸ ਗੱਲ ਦਾ ਪ੍ਰਮਾਣ ਹੈ ਕਿ ਜ਼ਿੰਦਗੀ ਪ੍ਰਤੀ ਉਹਨਾਂ ਦਾ ਨਜ਼ਰੀਆ ਬੜਾ ਭਵਿੱਖਮੁਖੀ ਹੈ। ਯਾਨੀ ਉਹ ਚੰਗਾ ਜਿਉਣਾ ਚਾਹੁੰਦੇ ਆ, ਪਰੰਤੂ ਇਸ ਦੇ ਬਾਵਜੂਦ ਜੇਕਰ ਉਹਨਾਂ ਨਾਲ ਤਰਾਸਦੀ ਵਾਪਰਦੀ ਹੈ ਤਾਂ ਉਹ ਵਿਸ਼ਾਦਗ੍ਰਸਤ ਹੁੰਦੇ ਆ। ਤਾਂ ਅਜਿਹੇ ਵਰਤਾਰੇ ਦੀਆਂ ਅਲਾਮਤਾਂ ਕਿੱਥੇ ਪਈਆਂ? ਸਾਡੇ ਸਿਸਟਮ ਦੇ ਵਿੱਚ ਪਈਆਂ। ਇਹ ਜਿਹੜੇ ਕਿੰਤੂ ਹੈ ਟਿਵਾਣਾ ਦੇ ਨਾਵਲ ਰੋਲ ਭਾਵਕ ਧਰਤੀ ਉੱਪਰ ਟਿਕੇ ਹੋਏ ਹਨ ਜਾਂ ਦੁੱਖ ਨੂੰ ਦੁੱਖ ਵਾਂਗ ਪੇਸ਼ ਕਰਨਾ ਸਾਹਿਤਕਾਰੀ ਨਹੀਂ, ਕਿਸੇ ਵੀ ਪ੍ਰਸੰਗ ਵਿੱਚ ਤਰਕਯੁਕਤ ਨਹੀਂ ਲੱਗਦੇ, ਕਿਉਂਕਿ ਉਸਦੇ ਨਾਵਲਾਂ 'ਚ ਦੁੱਖ ਦੇਣ ਵਾਲੀ ਧਿਰ ਅਤੇ ਸਥਿਤੀ ਵੀ ਸਪਸ਼ਟ ਹੈ। ਉਸਦੇ ਨਾਵਲਾਂ ਜੇਕਰ ਔਰਤ ਦੁੱਖ ਜਰਦੀ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਸਦੇ ਨਾਵਲ ਦੁੱਖ ਜਰਨ ਵਾਲੀ ਧਿਰ ਦੇ ਜਬਤ ਦਾ ਹੀ ਵਿਸਥਾਰ ਹਨ, ਜਾਂ ਕਹਿ ਸਕਦੇ ਹਾਂ ਕਿ ਅਸੀਂ ਉਸਦੀ ਰਚਨਾ ਕੇਵਲ ਦੁੱਖ ਦਾ ਅਸੀਮ ਜਿਹੜਾ ਹੈ ਉਹ ਚਿੱਤਰ ਹੀ ਨਹੀਂ ਸਿਰਜਦੀ। ਇਸ ਸੰਦਰਭ 'ਚ ਉਸਦੇ ਨਾਵਲ ਤਾਂ ਸਥਿਤੀਆਂ ਪਰਿਸਥਿਤੀਆਂ ਦੇ ਵਿਵੇਕ ਨੂੰ ਇਸ ਤਰ੍ਹਾਂ ਪ੍ਰਗਟ ਕਰਦੇ ਆ ਕਿ ਦੁੱਖ ਸਹਿ ਰਿਹਾ ਤੇ ਦੁੱਖ ਦੇ ਰਿਹਾ ਪਾਤਰ ਜਾਂ ਸਿਸਟਮ ਆਪਣੇ ਆਪ ਜਿਹੜੇ ਆ ਉਹ ਪ੍ਰਗਟ ਹੁੰਦੇ ਆ। ਅਸਲ ਸਾਹਿਤਕਾਰੀ ਹੀ ਇਹ ਹੈ ਕਿ ਸਥਿਤੀਆਂ ਅੰਦਰ ਮਨੁੱਖ ਜੋ ਭੋਗਦਾ ਉਸ ਦਾ ਸਹੀ ਚਿਤਵਨ ਤੇ ਚਿਤਰਣ ਕੀਤਾ ਜਾਏ। ਇਹ ਤਾਂ ਸਪਸ਼ਟ ਹੈ ਕਿ ਉਸ ਦਾ ਹਰ ਨਾਵਲ ਕਿਸੇ ਨਾ ਕਿਸੇ ਔਰਤ ਦੀ ਦਰਦ ਦੀ ਕਥਾ ਹੈ। ਹਾਂਜੀ, ਅਸੀਂ ਗੱਲ ਕਰ ਰਹੇ ਸੀਗੇ ਡਾਕਟਰ ਦਲੀਪ ਕੌਰ ਟਿਵਾਣਾ ਦੇ ਨਾਵਲ ਇਹੋ ਹਮਾਰਾ ਜੀਵਣਾ ਦੇ ਬਾਰੇ। ਆਪਾਂ ਕਹਿ ਰਹੇ ਕਿ ਇਹ ਗੱਲ ਤਾਂ ਜਿਹੜੀ ਆ ਉਹ ਸਪਸ਼ਟ ਹੈ ਕਿ ਉਸਦਾ ਹਰ ਨਾਵਲ ਕਿਸੇ ਨਾ ਕਿਸੇ ਔਰਤ ਦੀ ਦਰਦ ਦੀ ਕਥਾ ਹੈਗੀ ਹੈ। ਇਸ ਤੱਥ ਤੋਂ ਇਹ ਆਭਾਸ ਹੋ ਸਕਦਾ ਹੈ ਕਿ ਸ਼ਾਇਦ ਉਸਦੇ ਨਾਵਲ ਇੱਕੋ ਥੀਮ ਦਾ ਜਿਹੜਾ ਹੈ ਦੁਹਰਾਓ ਕਰ ਰਹੇ ਹੋ, ਪਰ ਅਜਿਹੀ ਗੱਲ ਨਹੀਂ ਹੈ ਕਿ ਥੀਮ ਦਾ ਦੁਹਰਾਓ ਹੋ ਰਿਹਾ। ਨਾ ਤਾਂ ਸਾਰੀਆਂ ਔਰਤਾਂ ਦੀ ਤਰਾਸ ਕਥਾ ਦੇ ਪ੍ਰਸੰਗਾਂ ਵਿੱਚ ਦੁਹਰਾਓ ਹੈ, ਉਹਦੇ ਸ਼੍ਰੇਣਿਕ ਸੰਦਰਭ ਤੇ ਚੇਤਨਾ ਦਾ ਪੱਧਰ ਵੀ ਇੱਕ ਦੂਜੇ ਤੋਂ ਵੱਖਰਾ ਹੈ। ਇੱਕ ਪਾਸੇ ਭਾਨੋ ਵਰਗੀਆਂ, ਇੱਕ ਪਾਸੇ ਊਸ਼ਾ ਵਰਗੀਆਂ ਪਾਤਰ ਹੈ। ਪ੍ਰਮਾਣ ਵਜੋਂ ਇਹ ਹਮਾਰਾ ਜੀਵਣਾ ਦੀ ਭਾਨੋ ਦਾ ਦੁਖਾਂਤ ਜੇਕਰ ਆਰਥਿਕਤਾ ਤੇ ਸੰਤੁਲਨ ਵਿੱਚ ਹੈ ਤਾਂ ਹਸਤਾਖਰ ਨਾਵਲ ਦੀ ਨਾਇਕਾ ਜਿਹੜੀ ਹੈ ਉਹਦੀ ਸੀਮਾ, ਉਸ ਦਾ ਦੁਖਾਂਤ ਜਿਹੜਾ ਹੈ ਮਨੁੱਖੀ ਰਿਸ਼ਤਿਆਂ ਵਿਚਲੀ ਜਿਹੜੀ ਹੈ ਉਹ ਜਿਹੜੀ ਮਨੁੱਖੀ ਰਿਸ਼ਤਿਆਂ ਅੰਦਰਲੀ ਜਿਹੜੀ ਗੜਬੜ ਹੈ ਉਹਦੇ ਵਿੱਚ ਹੈ। ਤੇ ਟਿਵਾਣਾ ਦੇ ਗਲਪ ਸੰਸਾਰ ਦੇ ਵਿੱਚ ਕੇਂਦਰੀ ਸਥਿਤੀ ਤਾਂ ਔਰਤ ਦਾ ਦੁੱਖ ਹੀ ਹੈ, ਪਰ ਉਸਦੇ ਪਸਾਰ ਇੱਕ ਦੂਜੇ ਤੋਂ ਵਿਭਿੰਨ ਹੈ। ਯਾਨੀ ਕਹਿਣ ਤੋਂ ਭਾਵ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਸਦੇ ਵਿਸ਼ਿਆਂ ਦੇ ਵਿੱਚ ਕੋਈ ਦੁਹਰਾਓ ਹੈ।
ਜੇਕਰ ਸਾਂਝ ਪ੍ਰਤੀਤ ਹੁੰਦੀ ਹੈ ਤਾਂ ਉਸ ਦਾ ਸਿੱਧਾ ਸੰਬੰਧ ਉਸ ਸਿਸਟਮ ਨਾਲ ਹੈ ਜਿਸ ਵਿੱਚ ਔਰਤ ਦੀ ਹੋਂਦ ਵਸਤੂ ਸਮਝੀ ਜਾਂਦੀ ਹੈ। ਔਰਤ ਦੀ ਆਜ਼ਾਦੀ, ਉਸ ਦੇ ਸਥਿਤੀ ਪਰਿਵਰਤਨ ਨੂੰ ਪੰਜਾਬੀ ਦੇ ਕਈ ਜਿਹੜੇ ਗਲਪਕਾਰ ਆ ਉਹਨਾਂ ਨੇ ਇਸ ਰੂਪ ਵਿੱਚ ਚਿਤਰਿਆ। ਇੰਜ ਪ੍ਰਤੀਤ ਹੁੰਦਾ ਹੈ ਕਿ ਹਰ ਖੇਤਰ ਵਿੱਚ ਔਰਤ ਮਰਦ ਤੋਂ ਸੁਤੰਤਰ ਹੋ ਗਈ ਹੈ, ਪਰ ਅਸਲ ਸਥਿਤੀ ਅਜੇ ਵੀ ਅਧੀਨਗੀ ਦੀ ਹੈ। ਕਿਸੇ ਇੱਕ ਜਿਹੜਾ ਹੈਗਾ ਸੁਖਾਵੀਂ ਸਥਿਤੀ ਨੂੰ ਪੂਰੇ ਪਰਿਪੇਖ ਦਾ ਸੁਖਾਂਤ ਜਿਹੜਾ ਹੈ ਅਸੀਂ ਨਹੀਂ ਮੰਨ ਸਕਦੇ। ਸਿਸਟਮ ਜੇਕਰ ਪੁਰਾਣਾ ਹੀ ਹੈ ਤਾਂ ਸਮੱਸਿਆਵਾਂ ਉਸੇ ਪ੍ਰਚੰਡ ਰੂਪ ਵਿੱਚ ਮੌਜੂਦ ਰਹਿਣਗੀਆਂ। ਚੇਤਨਾ ਜਾਂ ਕਾਲ ਦੇ ਵਕਫੇ ਕਾਰਨ ਥੋੜ੍ਹਾ ਬਹੁਤਾ ਅੰਤਰ ਅਵੱਸ਼ ਹੋ ਸਕਦਾ ਹੈ, ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ। ਦਲੀਪ ਕੌਰ ਟਿਵਾਣਾ ਨੂੰ ਆਪਣੇ ਸਮਕਾਲੀ ਸਿਸਟਮ ਦੇ ਇਸ ਅਸਲੇ ਬਾਰੇ ਪੂਰੀ ਜਿਹੜੀ ਹੈ ਉਹ ਸੋਝੀ ਹੈ, ਸਮਝ ਹੈ। ਇਹੀ ਕਾਰਨ ਹੈ ਕਿ ਉਸਦੇ ਜਿਹੜਾ ਹੈਗਾ ਉਸਨੇ ਅਗਨੀ ਪ੍ਰੀਖਿਆ ਜਿਹੜਾ ਨਾਵਲ ਹੈ ਉਸ ਤੋਂ ਲੈ ਕੇ ਤੇ ਹਸਤਾਖਰ ਨਾਵਲ ਤੱਕ ਔਰਤ ਦੀ ਜਿਹੜੀ ਤਰਾਸ ਸੰਵੇਦਨਾ ਦਾ ਗਲਪੀ ਚਿੱਤਰ ਜਿਹੜਾ ਹੈ ਉਹ ਪੇਸ਼ ਕੀਤਾ ਹੈ। ਤਾਂ ਦਲੀਪ ਕੌਰ ਟਿਵਾਣਾ ਦੇ ਜਦੋਂ ਨਾਵਲਾਂ ਦੀ ਅਸੀਂ ਗੱਲ ਕਰਦੇ ਹਾਂ, ਡਾਕਟਰ ਟਿਵਾਣਾ ਦੀ ਜਿਹੜੀ ਸਿਰਜਣਾਤਮਕ ਪ੍ਰਾਪਤੀ ਹੈ ਉਹ ਇਸ ਸੰਦਰਭ ਵਿੱਚ ਬੜੀ ਮਤਲਬ ਪ੍ਰਸ਼ੰਸਾਯੋਗ ਹੈ ਕਿ ਉਸਨੇ ਜੋ ਗਲਪ ਸੰਸਾਰ ਸਿਰਜਿਆ ਉਹ ਰੂਪ ਰਚਨਾ ਦੀ ਦ੍ਰਿਸ਼ਟੀ ਤੋਂ ਸ਼ੁੱਧ ਰਚਨਾਤਮਕ ਚਰਿੱਤਰ ਵਾਲਾ ਹੈ। ਵਿਸ਼ੇਸ਼ ਤੌਰ 'ਤੇ ਜਿਹੜੀ ਔਰਤ ਦੀ ਤਰਾਸ ਜਿਹੜੀ ਸਥਿਤੀ ਹੈ ਉਸ ਦਾ ਚਿੱਤਰ ਪੇਸ਼ ਕਰਨ ਦੀ ਗੱਲ ਹੈ। ਔਰਤ ਲੇਖਕਾ ਦਾ ਔਲਾਰ ਹੋ ਜਾਣਾ ਕੁਦਰਤੀ ਗੱਲ ਹੈ, ਪਰ ਟਿਵਾਣਾ ਦੇ ਰਚਨਾਤਮਕ ਜਗਤ ਦੇ ਵਿੱਚ ਰਚਨਾ ਤੇ ਰਚਨਾਕਾਰ ਵਿਚਕਾਰ ਜੋ ਵਿੱਥ ਬਣੀ ਰਹਿਣੀ ਚਾਹੀਦੀ ਹੈ ਉਹ ਕਿਧਰੇ ਵੀ ਭੰਗ ਨਹੀਂ ਹੁੰਦੀ। ਕਹਿਣ ਤੋਂ ਭਾਵ ਕਿ ਉਹ ਕਿਧਰੇ ਵੀ ਆਪਣੇ ਪਾਤਰਾਂ ਦੇ ਨਾਲ ਕਿਸੇ ਤਰ੍ਹਾਂ ਦਾ ਔਲਾਰ ਵਿਹਾਰ ਜਿਹੜਾ ਹੈ ਉਹ ਨਹੀਂ ਕਰਦੀ। ਇਹ ਨਹੀਂ ਇੱਕ ਪਾਸੜ ਔਰਤ ਬਾਰੇ ਹੀ ਸਾਰਾ ਕੁਝ ਲਿਖੀ ਜਾਣਾ, ਉਹਦੇ ਪੱਖ 'ਚ ਲਿਖੀ ਜਾਣਾ, ਮਰਦ ਦੇ ਵਿਰੋਧ 'ਚ ਲਿਖਣਾ, ਸਗੋਂ ਉਹ ਸਾਰੇ ਸਿਸਟਮ ਨੂੰ ਜਿਹੜਾ ਹੈ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਸਦੇ ਗਲਪੀ ਜਗਤ ਦੇ ਵਿੱਚ ਦੁੱਖ ਦਾ ਵਿਸਥਾਰ ਹੈ, ਪਰ ਇਸ ਦੁੱਖ ਦੇ ਕਾਰਨਾਂ ਉੱਪਰ ਰਚਨਾਕਾਰ ਨੇ ਕਿਸੇ ਵੀ ਪੱਧਰ ਉੱਤੇ ਟਿੱਪਣੀਆਂ ਕਰਨ ਦੀ ਭਾਸ਼ਾ ਜਿਹੜੀ ਹੈ ਨਹੀਂ ਵਰਤੀ, ਸਗੋਂ ਬੜੀ ਸੰਵਾਦਕ ਸ਼ੈਲੀ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਉਹ ਪੇਸ਼ ਕੀਤੀਆਂ। ਤੇ ਰਚਨਾ ਦਾ ਜਿਹੜਾ ਸਮੁੱਚਾ ਗਲਪ-ਬਿੰਬ ਹੈ ਉਹ ਆਪਣੀ ਰਚਨਾਤਮਕ ਭਾਸ਼ਾ ਵਿੱਚ ਅਰਥ ਦਾ ਜਿਹੜਾ ਉਹ ਸਾਨੂੰ ਬੋਧ ਕਰਵਾ ਦਿੰਦਾ ਹੈ। ਇਸ ਵਿੱਥ ਦੀ ਸੋਝੀ ਸਦਕਾ ਹੀ ਉਹ ਆਪਣੇ ਪਾਤਰਾਂ ਦੀ ਮਨੋਸਥਿਤੀ ਦੇ ਸੰਕਟ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਸੇ ਥਾਂ ਵੀ ਜਿਹੜਾ ਹੈ ਉਲਾਰ ਨਹੀਂ ਹੋਇਆ ਅਸੀਂ ਕਹਿ ਸਕਦੇ। ਇਹ ਪਾਤਰ ਆਪਣੇ ਕਰਮ ਪ੍ਰਤੀ ਕਰਮ ਜਾਂ ਆਪਣੀਆਂ ਮੁਦਰਾਵਾਂ ਰਾਹੀਂ ਆਪਣੀ ਪੀੜਾ ਦਾ ਪ੍ਰਗਟਾਵਾ ਕਰਦੇ ਆ। ਉਹਨਾਂ ਨੂੰ ਰਚਨਾਕਾਰ ਦੀ ਸਿੱਧੀ ਹਮਦਰਦੀ ਦੀ ਮੁਤਾਜੀ ਨਹੀਂ ਹੈ। ਜੇ ਇਹ ਹਮਦਰਦੀ ਪ੍ਰਗਟ ਹੋ ਜਾਂਦੀ ਤਾਂ ਰਚਨਾਕਾਰ ਦੀ ਸਿਰਜਣਾਤਮਕ ਸ਼ਕਤੀ ਨੇ ਕਮਜ਼ੋਰ ਹੋ ਜਾਣਾ ਸੀ। ਟਿਵਾਣਾ ਦੇ ਨਾਵਲਾਂ ਦੀ ਰੂਪ ਰਚਨਾ ਦੀ ਦ੍ਰਿਸ਼ਟੀ ਤੋਂ ਬਹੁਤ ਵੱਡੀ ਪ੍ਰਾਪਤੀ ਇਹ ਹੈ ਕਿ ਉਸ ਵਿੱਚ ਨਿੱਕੇ ਨਿੱਕੇ ਫਿਕਰਿਆਂ ਨਾਲ, ਨਿੱਕੇ ਨਿੱਕੇ ਵਾਕਾਂ ਨਾਲ ਵੱਡੀ ਗੱਲ ਕਹਿਣ ਦੀ ਜਿਹੜੀ ਹੈ ਉਹਦੇ ਕੋਲ ਇੱਕ ਸਮਰੱਥਾ ਔਰ ਸ਼ਕਤੀ ਹੈ। ਇਸ ਪੱਖੋਂ ਉਸ ਦੀ ਭਾਸ਼ਾ ਉੱਪਰ ਪਕੜ ਬੜੀ ਸਹਿਜ ਪਰ ਬਹੁਤ ਮਜ਼ਬੂਤ ਰਹੀ ਹੈ। ਸਰਲ ਗੱਲ ਨੂੰ ਔਖੇ ਫਿਕਰਿਆਂ ਵਿੱਚ ਕਹਿਣਾ ਸੌਖਾ ਹੈ, ਪਰ ਗੈਰ ਗੰਭੀਰ ਗੱਲ ਨੂੰ ਅਤੀ ਸਰਲ ਭਾਸ਼ਾ ਵਿੱਚ ਕਹਿ ਸਕਣਾ ਉਹ ਬਹੁਤ ਔਖਾ ਟਾਸਕ ਹੈ, ਜਿਹੜਾ ਟਿਵਾਣਾ ਨੇ ਪੂਰਾ ਕੀਤਾ ਹੈ। ਟਿਵਾਣਾ ਦੇ ਨਾਵਲ ਇਸ ਪ੍ਰਸੰਗ 'ਚ ਮਹੱਤਵਪੂਰਨ ਪ੍ਰਾਪਤੀ ਹੈ ਕਿ ਉਹਨਾਂ ਨੇ ਬਹੁਤ ਸੌਖੀ ਭਾਸ਼ਾ ਦੇ ਵਿੱਚ ਗੱਲ ਜਿਹੜੀ ਹੈ ਉਹ ਕਹੀ ਹੈ। ਤਾਂ ਪੰਜਾਬੀ ਗਲਪ ਸਾਹਿਤ ਦੇ ਇਤਿਹਾਸ ਵਿੱਚ ਉਸਦੇ ਨਾਵਲ ਉਸ ਸਾਰੀ ਗਲਪ ਰਚਨਾ ਤੋਂ ਵੱਖਰੇ ਹੈ ਜੋ ਰਚਨਾ ਦੇ ਮਾਧਿਅਮ ਰਾਹੀਂ ਪੂਰਵ ਨਿਸ਼ਚਿਤ ਧਾਰਨਾਵਾਂ ਦੀ ਪੁਸ਼ਟੀ ਕਰਦੇ ਹਨ ਜਾਂ ਆਪਣੀ ਸਿਧਾਂਤਿਕ ਪ੍ਰਤਿਭਾ ਦੀ ਪਾਲਣਾ ਕਰਦੇ ਹਨ। ਜਿਹੜਾ ਪ੍ਰਤਿਭਾ ਜਿਹੜਾ ਬੜਾ ਪ੍ਰਵਾਨ ਮੁੱਲ ਹੈ, ਪਰ ਸਿਰਜਣਾ ਦੇ ਚਰਿੱਤਰ ਲਈ ਇਹ ਬੜਾ ਬੰਧਨ ਜਿਹੜਾ ਸਾਬਤ ਹੁੰਦਾ। ਕਿਸੇ ਤਰ੍ਹਾਂ ਦੀ ਸਿਧਾਂਤਿਕ ਪ੍ਰਤੀਬੱਧਤਾ, ਕਿਸੇ ਵਿਚਾਰਧਾਰਾ ਨਾਲ ਜੁੜੇ ਹੋਣਾ, ਫਿਰ ਉਸਨੂੰ ਆਪਣੀ ਰਚਨਾ ਹੀ ਲੋਕਾਂ 'ਤੇ ਥੋਪਣਾ, ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲਦੀ। ਲੇਖਕ ਦਾ ਜਿਹੜਾ ਚਿੰਤਨ ਹੈ, ਉਸਦਾ ਗਿਆਨ ਰਚਨਾ ਅੰਦਰ ਜੇ ਰਚਨਾਤਮਕ ਰੂਪ 'ਚ ਹੈ ਤਾਂ ਅਜਿਹੀ ਰਚਨਾ ਪਹਿਲੇ ਦਰਜੇ ਦੀ ਕੋਟੀ ਵਿੱਚ ਆਵੇਗੀ। ਉਹਦਾ ਜਿਹੜਾ ਰਚਨਾਤਮਕ ਅਮਲ ਹੈ, ਉਸ ਰਚਨਾਤਮਕ ਅਮਲ ਦੇ ਵਿੱਚ ਉਸ ਦੇ ਜੋ ਅੰਦਰਲੇ ਵਿਚਾਰ ਹੈ, ਜਿਹੜੇ ਕਿ ਸਾਵੇਂ ਵਿਚਾਰ ਹੈ, ਜਿਹੜੇ ਵਿੱਚ ਕਿਸੇ ਕਿਸਮ ਦੀ ਉਲਾਰਤਾ ਨਹੀਂ ਹੈ, ਉਹ ਵਿਚਾਰ ਜਿਹੜੇ ਹੈ ਰਚਨਾ ਰਾਹੀਂ ਪੇਸ਼ ਹੋਣੇ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਰਚਨਾ ਦਾ ਮੁੱਲ ਹੋਰ ਜ਼ਿਆਦਾ ਪੈਣ ਦੀ ਉਮੀਦ ਜਿਹੜੀ ਹੈ ਉਹ ਬਣ ਜਾਂਦੀ ਹੈ। ਅਤੇ ਇਵੇਂ ਦਲੀਪ ਕੌਰ ਟਿਵਾਣਾ ਦੀ ਜਿਹੜੀ ਜਦੋਂ ਅਸੀਂ ਸਮੁੱਚੀ ਰਚਨਾ ਜਿਹੜੀ ਹੈਗੀ ਹੈ ਉਹ ਇਹੋ ਜਿਹੇ ਜਿਹੜੇ ਦੋਸ਼ ਹੈ ਉਹਨਾਂ ਤੋਂ ਮੁਕਤ ਕਹੀ ਜਾ ਸਕਦੀ ਹੈ। ਉਸ ਦੀ ਗਲਪ ਸ਼ਕਤੀ ਅਨੁਭਵ ਅਤੇ ਪ੍ਰਮਾਣਿਕ ਸੁੱਚੇ ਪ੍ਰਗਟਾਵੇ ਵਿੱਚ ਹੈ। ਇਹ ਨਾ ਕਿਸੇ ਵਿਸ਼ੇਸ਼ ਵਰਗ ਜਾਂ ਸਮੂਹ ਨੂੰ ਸੰਬੋਧਿਤ ਹੈ, ਨਾ ਹੀ ਕਿਸੇ ਸਿਧਾਂਤ ਦੀ ਪੁਸ਼ਟੀ ਕਰਨ ਦੀ ਮੁਤਾਜੀ ਨਾਲ ਜੁੜੀ ਵੀ ਹੈ। ਸ਼ੁੱਧ ਅਨੁਭਵ ਅਤੇ ਸ਼ੁੱਧ ਰਚਨਾਤਮਕ ਕਿਰਤ ਦੇ ਵਿੱਚ ਪ੍ਰਗਟ ਹੋ ਕੇ
ਪ੍ਰਮਾਣਿਕ ਰਚਨਾ ਦੀ ਸਿਰਜਣਾ ਜਿਹੜੀ ਹੈ ਉਹ ਦਲੀਪ ਕੌਰ ਟਿਵਾਣਾ ਕਰਦੀ ਹੈ। ਦਲੀਪ ਕੌਰ ਟਿਵਾਣਾ ਦੀ ਸਮੁੱਚੀ ਪ੍ਰਾਪਤੀ ਇਹਨਾਂ ਉਪਰੋਕਤ ਸੰਦਰਭਾਂ ਦੇ ਵਿੱਚ ਮੰਨੀ ਜਾਵੇਗੀ। ਸੋ ਦਲੀਪ ਕੌਰ ਟਿਵਾਣਾ ਦੀ ਗਲਪ ਰਚਨਾ ਬਾਰੇ ਇੰਨੀ ਕੁ ਗੱਲ ਜਿਹੜੀ ਆਪਾਂ ਕਰਨੀ ਸੀ। ਇਹਨਾਂ ਵਿੱਚੋਂ ਜਿਹੜੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਣ ਤੁਸੀਂ ਉਹਨਾਂ ਨੂੰ ਆਪਣੇ ਆਤਮਸਾਤ ਕਰ ਲਿਓ, ਔਰ ਬਾਕੀ ਜਿੱਥੋਂ ਵੀ ਤੁਸੀਂ ਇਹ ਟੌਪਿਕ ਕਰਨਾ ਚਾਹੋ ਇਹ ਤੁਹਾਡੀ ਆਪਣੀ ਮਰਜ਼ੀ ਹੋਏਗੀ। ਮੈਂ ਆਪਣੇ ਵੱਲੋਂ ਦਲੀਪ ਕੌਰ ਟਿਵਾਣਾ ਦੀ ਗਲਪ ਰਚਨਾ ਬਾਰੇ ਸੰਖੇਪ ਦੇ ਵਿੱਚ ਤੁਹਾਡੇ ਨਾਲ ਇਹ ਵਿਚਾਰ ਜਿਹੜੇ ਹੈ ਉਹ ਸਾਂਝੇ ਕੀਤੇ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਗੱਲ ਜਿਹੜੀ ਹੈ ਉਹ ਕਾਫੀ ਹੱਦ ਤੱਕ ਜਚੀ ਹੋਏਗੀ। ਸੋ ਇन्हीं ਸ਼ਬਦਾਂ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਔਰ ਇਹ ਪ੍ਰਸ਼ਨ ਜਿਹੜਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਆ ਜਾਣਾ। ਮੈਂ ਤੁਹਾਨੂੰ 4 ਜਿਹੜੇ ਹੈ ਪ੍ਰਸ਼ਨ ਇਸ ਤਰ੍ਹਾਂ ਦੇ ਕਰਵਾਉਣੇ ਆ, 4 ਟੌਪਿਕ ਕਹਿ ਸਕਦੇ ਹਾਂ ਆਪਾਂ, ਉਸ ਦੀ ਰਚਨਾ ਨਾਲ ਸੰਬੰਧਿਤ ਆਲੋਚਨਾਤਮਕ ਟੌਪਿਕ ਜਿਹੜੇ ਆ ਉਹ ਤੁਹਾਨੂੰ ਕਰਵਾਉਣੇ ਆ। ਤਾਂ ਮੇਰਾ ਖਿਆਲ ਹੈ ਕਿ ਇਹਨਾਂ 4 ਟੌਪਿਕਾਂ ਦੇ ਕਰਨ ਤੋਂ ਬਾਅਦ ਜਿਸ ਕਿਸਮ ਦਾ ਵੀ ਪ੍ਰਸ਼ਨ ਤੁਹਾਨੂੰ ਪੁੱਛਿਆ ਜਾਂਦਾ ਹੈ ਇਮਤਿਹਾਨ ਦੇ ਵਿੱਚ ਤੁਸੀਂ ਉਸ ਦਾ ਉੱਤਰ ਦੇਣ ਦੇ ਸਮਰੱਥ ਹੋਵੋਗੇ। ਇन्हीं ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਫਿਰ ਮਿਲਦੇ ਹਾਂ।